जब इलाज करता है पेशेंट का, ऐसे करता है जैसे उसका माँ बाप हो, जैसे उसका बच्चा हो छोटा सा। डॉक्टर अपने बेबी समझ के पेशेंट का इलाज करता है और तुम उसी को मारते हो। क्या बकवास देश तुमने बना रखा है। जो जज गलत जजमेंट देता है जूनियर कोर्ट में, फिर वो सीनियर कोर्ट में दूसरा जज उसको जिता देता है, उसी पर्सन को। उस जज के खिलाफ क्यों नहीं कंज्यूमर प्रोटेक्शन एक्ट 1 करोड़ का लगता, फाइन क्यों नहीं लगता उसको? ਅੱਜ ਪੂਰੇ ਭਾਰਤ ਦੇ ਵਿੱਚ IMA ਦੁਆਰਾ ਇੱਕ ਕਾਲ ਦਿੱਤੀ ਗਈ ਸੀ ਕਿ ਅੱਜ ਸੇਵ ਦਾ ਸੇਵੀਅਰਸ ਨਾਮ ਦੀ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੰਗ ਕੀਤੀ ਜਾ ਰਹੀ ਹੈ ਕਿ ਡਾਕਟਰਾਂ ਦੇ ਖਿਲਾਫ ਜੋ ਅਪਰਾਧ ਹੁੰਦੇ ਨੇ, ਡਾਕਟਰਾਂ ਦੇ ਨਾਲ ਜੋ ਗਲਤ ਵਿਵਹਾਰ ਕੀਤਾ ਜਾਂਦਾ ਹੈ, ਉਸ ਦੇ ਮਾਮਲੇ ਨਾਲ ਸੰਬੰਧ ਦੇ ਵਿੱਚ ਭਾਰਤ ਸਰਕਾਰ ਦੁਆਰਾ ਸਖਤ ਐਕਸ਼ਨ ਲਿਆ ਜਾਵੇ ਅਤੇ ਇੱਕ ਕਾਨੂੰਨ ਜਿਹੜਾ ਬਕਾਇਦਾ ਲਿਆਂਦਾ ਜਾਵੇ। ਇਸੇ ਸੰਬੰਧ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ IMA ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੁਆਰਾ ਇਹ ਮੰਗ ਰੱਖੀ ਜਾ ਰਹੀ ਹੈ ਭਾਰਤ ਸਰਕਾਰ ਦੇ ਸਾਹਮਣੇ। ਉਹਨਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਹਾਂ ਕਿ ਇਹ ਮਾਮਲਾ ਅਸਲ ਦੇ ਵਿੱਚ ਹੈ ਕੀ। ਸਰ ਤੁਸੀਂ ਪੂਰੀ ਨਾ ਹੋਏ ਆਪਾਂ ਦੁਕਾਨਦਾਰ ਨੂੰ ਥੋੜੀ ਮਾਰ ਦਿੰਦੇ ਕਿਹੜੇ ਲਾਅ ਦੀ ਮੰਗ ਕਰ ਰਹੇ ਹੋ ਸਰਕਾਰ ਤੋਂ? ਅਸੀਂ ਪ੍ਰੋਟੈਕਸ਼ਨ ਜਿਹੜੀ ਹੈ ਸਾਡੀ ਡਾਕਟਰਸ ਦੀ, ਮੈਡੀਕਲ ਪ੍ਰੋਫੈਸ਼ਨ ਦੀ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਸ ਦੀ ਅਸੀਂ ਮੰਗ ਕਰਦੇ ਹਾਂ ਕਿ ਇੰਨਾ ਸਟਰੋਂਗ ਲਿਆਇਆ ਜਾਏ ਕਿ ਲੋਕਾਂ ਨੂੰ ਡਰ ਲੱਗੇ। ਲੋਕ ਥੋੜ੍ਹੇ ਜਿਹੇ ਜਿਹੜੇ ਅੱਗੇ ਆ ਕੇ ਗੁੰਡਾਗਰਦੀ ਕਰਦੇ ਆ, ਜਿਹੜੇ ਮਾਰ ਤੋੜ ਕਰਦੇ ਆ, ਸਾਨੂੰ ਵੀ ਪਤਾ ਹੈ ਕਿ ਜਦ ਕਿਸੇ ਦੀ ਲਾਈਫ ਦਾ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਵੀ ਭਾਵੁਕ ਹੋ ਜਾਂਦੇ ਹਾਂ, ਲੇਕਿਨ ਅਸੀਂ ਭਾਵੁਕ ਹੋ ਕੇ ਅਸੀਂ ਇਹ ਤੋੜ ਫੋੜ ਕਰੀਏ, ਨਰਸਿੰਗ ਹੋਮ ਤੋੜੀਏ, ਉਹ ਨਹੀਂ ਸਾਨੂੰ ਚਾਹੀਦਾ। ਅਸੀਂ ਸਰਕਾਰ ਕੋਲ ਇੰਨੇ ਲਾਜ਼ ਹੈਗੇ ਹੈ, ਇੰਨੇ ਉਹਦੇ ਕੋਲ ਕਾਨੂੰਨ ਹੈਗੇ ਕਿ ਸਾਨੂੰ ਉਹ ਪਨਿਸ਼ ਕਰ ਸਕਦੇ ਆ ਅਗਰ ਸਾਡੇ ਕੋਲ ਕੋਈ ਗਲਤੀ ਹੋਈ। ਪਰ ਜਨਤਾ ਦਾ ਕੋਈ ਹੱਕ ਨਹੀਂ ਕਿ ਉਹ ਸਾਡੇ ਤੋੜ ਫੋੜ ਕਰਨ, ਸਾਡੇ ਡਾਕਟਰਾਂ ਦੀ ਪਿਟਾਈ ਕਰਨ ਔਰ ਕੁੱਟਣ। ਸੋ ਉਹਦੇ ਵਾਸਤੇ ਲਾਜ਼ ਆਉਣੇ ਚਾਹੀਦੇ ਜਿਹੜੇ ਕਿ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਤਾਂ ਕਿ ਅੱਗੇ ਜਿਹੜੇ ਹੋਰ ਕੋਈ ਇਹੋ ਜਿਹੇ ਕਦਮ ਚੱਕਣ ਉਹਨਾਂ ਨੂੰ ਵੀ ਡਰ ਲੱਗੇ ਕਿ ਵੀ ਨਹੀਂ ਅਸੀਂ ਵੀ ਪਕੜੇ ਜਾ ਸਕਦੇ ਹਾਂ। ਇਹ ਮੰਗ ਸਰਕਾਰ ਦੇ ਸਾਹਮਣੇ ਰੱਖ ਰਹੇ ਹੋ, ਪਰ ਅਜਿਹੇ ਕਿਹੜੇ ਤੁਹਾਡੇ ਮਾਮਲੇ ਜਿਹੜੇ ਇਸ ਤਰ੍ਹਾਂ ਦੇ ਸਾਹਮਣੇ ਆਏ ਜਾਂ ਤੁਹਾਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਤੁਸੀਂ ਆਵਾਜ਼ ਉਠਾ ਰਹੇ ਹੋ? ਹੁਣੀ ਰੀਸੈਂਟਲੀ ਆਸਾਮ 'ਚ ਹੋਇਆ, ਇੱਕ ਡਾਕਟਰ ਦੀ ਬੜੀ ਬੁਰੀ ਤਰ੍ਹਾਂ ਪਿਟਾਈ ਕੀਤੀ ਲੋਕਾਂ ਨੇ ਆ ਕੇ, ਹਾਲਾਂਕਿ ਉਹ ਕੋਵਿਡ ਪੇਸ਼ੈਂਟ ਸੀ ਤੇ ਟ੍ਰੀਟਮੈਂਟ ਕਰ ਰਹੇ ਸੀਗੇ ਔਰ ਉਹ ਸਾਰਾ ਇਲਾਜ ਆਪਣੇ ਜੋਖਮ ਮੁਤਾबिक ਹੈ, ਕਾਨੂੰਨ ਦੇ ਮੁਤਾबिक ਜਾਂ ਆਪਣੇ ਬੁੱਕਸ ਦੇ ਮੁਤਾबिक ਉਸ ਦਾ ਇਲਾਜ ਕਰਦੇ ਆ। ਪਰ ਮਿਸਹੈਪ ਹੋ ਗਿਆ। ਜੇ ਮਿਸਹੈਪ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦੀ ਪਿਟਾਈ ਕਰੋ। ਹਾਲਾਂਕਿ ਆਸਾਮ ਦੇ ਚੀਫ ਮਿਨਿਸਟਰ ਦਾ ਅਜੇ ਵੀ ਲੋਕ ਸ਼ੁਕਰੀਆ ਕਰਦੇ ਆ ਕਿ ਉਹਨਾਂ ਨੇ ਥੋੜ੍ਹਾ ਜਿਹਾ ਕੁਛ ਐਕਸ਼ਨਸ ਲਿੱਤੇ, ਬਟ ਬਾਕੀ ਤੇ ਸਟੇਟਸ ਜਿਹੜੀਆਂ ਹੈਗੀਆਂ ਉਹ ਉਹਨਾਂ ਕੋਲ ਲਾਅ ਹੁੰਦੇ ਹੋਏ ਵੀ ਕੁਛ ਨਹੀਂ ਹੁੰਦਾ ਔਰ ਜੇ ਕੁਛ ਕਰਦੇ ਨਹੀਂ ਹੈ, ਸਿਰਫ ਪਬਲਿਕ ਸੈਂਟੀਮੈਂਟ 'ਤੇ ਚੱਲਦੇ ਆ। ਇਸ ਕਰਕੇ ਇਹ ਪ੍ਰੋਬਲਮ ਵੱਧਦੀ ਪਈ ਹੈ ਔਰ ਵੀ ਵਾਂਟ ਕਿ ਵੀ ਇਹਦਾ ਕੁਛ ਹੱਲ ਨਿਕਲੇ। ਹੱਲ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਕਿ ਜੋ ਡਾਕਟਰਾਂ ਦੇ ਖਿਲਾਫ ਜੋ ਅਪਰਾਧ ਹੁੰਦੇ ਨੇ ਉਹਦੇ ਲਈ ਕਾਨੂੰਨ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ। ਸਰਕਾਰ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ। ਸਰ ਤੁਸੀਂ ਡਾਕਟਰ ਦੇ ਪੇਸ਼ੇ ਨੂੰ ਆਪਾਂ ਰੱਬ ਦਾ ਦਰਜਾ ਦਿੱਤਾ ਜਾਂਦਾ ਭਾਰਤ ਦੇ ਵਿੱਚ, ਪਰ ਅੱਜ ਡਾਕਟਰਾਂ ਦੁਆਰਾ ਆਪਣੀ ਸੁਰੱਖਿਆ ਦੇ ਲਈ ਮੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਸਾਹਮਣੇ। ਅਜਿਹਾ ਮੌਕਾ ਕਿਉਂ, ਅਜਿਹੇ ਹਾਲਾਤ ਕਿਉਂ ਉਤਪੰਨ ਹੋ ਗਏ ਨੇ? ਹਾਂ, ਇਹ ਇਸ ਕਰਕੇ ਹੋ ਗਏ ਨੇ ਕਿ ਜਦੋਂ ਵੀ ਕੋਈ ਟ੍ਰੀਟਮੈਂਟ ਹੁੰਦਾ ਹੈ, ਜਿਹੜਾ ਪੇਸ਼ੈਂਟ ਔਰ ਪੇਸ਼ੈਂਟ ਦਾ ਰਿਲੇਟਿਵ ਉਹ ਇਹ ਸਮਝਦਾ ਹੈ ਕਿ ਇਹ ਜਿਹੜਾ ਟ੍ਰੀਟ ਪੂਰਾ 100% ਹੋਣਾ ਚਾਹੀਦਾ ਹੈ, ਕੋਈ 1% ਵੀ ਸਕੋਪ ਨਹੀਂ ਹੈਗਾ। ਇਹ ਤਾਂ ਕੋਵਿਡ ਹੁਣ ਆਇਆ ਹੈ, ਇੰਨੀ ਐਕਸਪੈਕਟੇਸ਼ਨ ਪੇਸ਼ੈਂਟ ਤੋਂ ਹੋਣੀ ਔਰ ਅਗਰ ਉਹ ਕੋਈ ਚੀਜ਼ ਗਲਤ ਹੋ ਜਾਏ ਤਾਂ ਉਹ ਤੁਸੀਂ ਆਪਣਾ ਕਾਨੂੰਨ ਆਪਣੇ ਹੱਥ 'ਚ ਲੈ ਕੇ ਤੁਸੀਂ ਹਸਪਤਾਲ ਦੀ ਤੋੜ ਫੋੜ ਕਰਕੇ ਡਾਕਟਰ ਨੂੰ ਤੁਸੀਂ ਅਸੌਲਟ ਕਰਦੇ ਹੋ, ਉਹ ਬਹੁਤ ਗਲਤ ਗੱਲ ਹੈ। ਕਿਉਂਕਿ ਇਸ ਦੇ ਨਾਲ ਸਿਰਫ ਉਹ ਵਾਲਾ ਕੇਸ ਖਰਾਬ ਨਹੀਂ ਹੁੰਦਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰਸ ਨੇ ਉਹ ਐਮਰਜੈਂਸੀ ਕੇਸਿਸ, ਸੀਰੀਅਸ ਕੇਸਿਸ ਉਹਨਾਂ ਨੂੰ ਲੈਣਾ ਬੰਦ ਕਰ ਦੇਣਗੇ। ਨਾਲ ਦੂਸਰਾ ਮੇਨ ਇਹ ਗੱਲ ਹੈਗੀ ਹੈ ਕਿ ਜਿਹੜਾ ਪੇਸ਼ੈਂਟ ਹੈ ਉਹ ਸਮਝਦਾ ਹੈ ਕਿ ਮੈਂ ਪੈਸੇ ਦਿੱਤੇ ਨੇ ਤੇ ਪੈਸੇ ਦਿੱਤੇ ਨੇ ਤਾਂ ਹੁਣ ਟ੍ਰੀਟਮੈਂਟ ਮੇਰਾ ਪੂਰਾ ਹੋਣਾ ਪਏਗਾ। ਇਹ ਪੈਂਡੈਮਿਕ ਡਿਜ਼ਾਸਟਰ ਲਾਅ ਹੈ, ਉਹਦੇ ਵਿੱਚ ਵੀ ਹੁਣ ਜਿਹੜੇ ਡਾਕਟਰਾਂ ਦੀ ਵਿੱਚ ਸ਼ਮੂਲੀਅਤ ਕਰਵਾਈ ਗਈ ਸੀ, ਪਰ ਉਹ ਸਿਰਫ ਕੋਵਿਡ-19 ਦੇ ਦੌਰ ਤੱਕ ਹੀ ਸੀਮਿਤ ਹੈ। ਉਸ ਤੋਂ ਤੁਸੀਂ ਕਿੰਨਾ ਕੁ ਉਹਨੂੰ ਸਹੀ ਮੰਨਦੇ ਹੋ? ਨਹੀਂ, ਦੇਖੋ ਹੁਣ ਇਹ ਜਿਹੜਾ ਕੋਵਿਡ-19 ਦੇ ਵਿੱਚ ਜਿਹੜਾ ਇੰਡੀਆ ਦੇ ਡਾਕਟਰਸ ਨੇ ਜੋ ਕੰਮ ਕੀਤਾ ਹੈ ਉਹ ਸਾਰੀ ਦੁਨੀਆ ਉਸ ਦੀ ਸਰਾਹਨਾ ਕਰ ਰਹੀ ਹੈ, ਕਿਉਂਕਿ ਇੰਨੇ ਲਿਮਿਟਿਡ ਰਿਸੋਰਸਿਸ ਦੇ ਵਿੱਚ, ਇੰਨੀਆਂ ਜਿਹੜੀਆਂ ਗਵਰਨਮੈਂਟ ਦੀਆਂ ਕੈਪਿੰਗਸ ਦੇ ਵਿੱਚ ਉਹ ਫਿਰ ਵੀ ਆਪਣਾ ਜਿਹੜਾ ਫਰਜ਼ ਨਿਭਾਉਂਦੇ ਹੋਏ ਕੋਵਿਡ ਪੇਸ਼ੈਂਟਸ ਨੂੰ ਇਲਾਜ ਕਰ ਰਹੇ ਨੇ। ਪਰ
ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਦੋਂ ਡਾਕਟਰ ਇੰਨੀ ਮਿਹਨਤ ਕਰਦੇ ਨੇ ਔਰ ਉਹਨਾਂ ਨੂੰ ਵੀ ਕੋਈ ਚੀਜ਼ ਦੀ ਵੀ ਜ਼ਰੂਰਤ ਹੋਏ ਤੇ ਉਹਨਾਂ ਦੇ ਪਿੱਛੇ ਗਵਰਨਮੈਂਟ ਹੋਣੀ ਚਾਹੀਦੀ ਹੈ। ਕੋਈ ਮੈਡੀਸਨ ਹੈ, ਕੋਈ ਮੈਡੀਸਨ ਕਾਸਟਲੀ ਹੈ, ਕੈਪਿੰਗ ਤਾਂ ਤੁਸੀਂ ਕਰਤੀ, ਉਹ ਜੇ ਉਹਦੀ ਕਾਸਟ ਹੀ ਇੰਨੀ ਹੈ ਤਾਂ ਡਾਕਟਰ ਉਹ ਲੈ ਕੇ ਕਿਵੇਂ ਉਹਨਾਂ ਦਾ ਇਲਾਜ ਕਰਨਗੇ। ਔਰ ਪੇਸ਼ੈਂਟ ਨੂੰ ਔਰ ਰਿਲੇਟਿਵ ਨੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਡਾਕਟਰ ਆਪਣੀ ਪੂਰੀ ਜ਼ੋਰ ਲਗਾ ਕੇ ਤੁਸੀਂ ਇਹ ਦੱਸੋ ਵੀ ਕਿਸੇ ਡਾਕਟਰ ਨੂੰ ਕਿਸੇ ਪੇਸ਼ੈਂਟ ਦਾ ਅਗਰ ਕੋਈ ਮਿਸਹੈਪ ਹੋ ਜਾਂਦਾ ਹੈ ਤਾਂ ਉਹ ਡਾਕਟਰ ਨੂੰ ਕੀ ਫਾਇਦਾ ਹੈ? ਉਹ ਤਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਹੀ ਕਰੇਗਾ ਨਾ। ਸੋ ਇਹ ਜਿਹੜਾ ਸਾਰੀ ਸਿਚੁਏਸ਼ਨ ਇਹ ਗਵਰਨਮੈਂਟ ਨੂੰ ਸਮਝਣੀ ਚਾਹੀਦੀ ਹੈ। ਡਾਕਟਰਸ ਦੇ ਜਿਹੜੇ ਅਟੈਂਡੈਂਟਸ ਹੈਗੇ ਨੇ, ਜਿਹੜੇ ਪੇਸ਼ੈਂਟਸ ਦੇ, ਉਹਨਾਂ ਨੂੰ ਇਹ ਸਾਰੀ ਚੀਜ਼ ਸਮਝਣੀ ਚਾਹੀਦੀ ਹੈ। ਸੋ ਕਰੋਨਾ ਮਹਾਮਾਰੀ ਦੇ ਦੌਰ ਦੀ ਵੀ ਜੇਕਰ ਗੱਲ ਕਰੀਏ ਤਾਂ 700 ਦੇ ਕਰੀਬ ਡਾਕਟਰ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ ਕਰੋਨਾ ਮਹਾਮਾਰੀ ਦੌਰਾਨ ਇਲਾਜ ਕਰਦੇ ਹੋਏ। ਇਸ ਤੋਂ ਇਲਾਵਾ ਬਹੁਤ ਸਾਰੀਆਂ ਦੇਸ਼ ਵਿੱਚ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਇਸ ਕਰੋਨਾ ਦੇ ਦੌਰ ਵਿੱਚ ਵੀ, ਜਦ ਮਰੀਜ਼ਾਂ ਦੁਆਰਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਡਾਕਟਰਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਇਸੇ ਲਈ ਜਿਹੜਾ ਅੱਜ ਸੈਂਟਰਲ ਲਾਅ ਦੀ ਮੰਗ ਡਾਕਟਰਾਂ ਦੁਆਰਾ ਕੀਤੀ ਜਾ ਰਹੀ ਹੈ। ਮੈਮ, ਜੋ ਤੁਸੀਂ ਸੈਂਟਰਲ ਲਾਅ ਦੀ ਮੰਗ ਕਰ ਰਹੇ ਹੋ ਉਸ ਦੇ ਲਈ ਤੁਸੀਂ ਸਰਕਾਰ ਦੇ ਕੋਲ ਕਾਨੂੰਨੀ ਪ੍ਰਕਿਰਿਆ ਦੇ ਤੌਰ ਤੇ ਕੀ ਕੁਝ ਮੰਗਾਂ ਰੱਖੀਆਂ ਨੇ ਤਾਂ ਹੁਣ ਤੱਕ ਕੀ ਕੁਝ ਪ੍ਰਕਿਰਿਆ ਤੁਸੀਂ ਅੱਗੇ ਲਿਆਂਦੀ ਹੈ? ਦੇਖੋ ਜੀ, ਇਹ ਤਾਂ ਕ੍ਰਿਮੀਨਲ ਐਕਟ ਹੈ, ਕਿਸੇ ਨੂੰ ਵੀ ਮਾਰਨਾ ਕੁੱਟਣਾ। ਜੇ ਹਰ ਚੀਜ਼ ਲਈ ਲਾਅ ਬਣ ਜਾਏ ਕਿ ਅਸੀਂ ਕੋਈ ਇਨਸਾਨ ਡਾਕਟਰ ਤੇ ਅਟੈਕ ਨਹੀਂ ਕਰ ਸਕਦਾ, ਜਿਵੇਂ ਬਾਹਰਲੇ ਮੁਲਕਾਂ 'ਚ ਵੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਅਟੈਕ ਹੋਣਗੇ। ਤੇ ਜਿਹੜੇ ਡਾਕਟਰਸ ਹੈ, ਜੇ ਉਹ ਮਾਰ ਕੁਟਾਈ ਖਾ ਕੇ ਵੀ ਕੰਮ ਕਰ ਰਹੇ ਹੈ, ਇਹਦਾ ਮਤਲਬ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਕਰ ਰਿਹਾ। ਤੇ ਗਵਰਨਮੈਂਟ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਕਿ ਵਾਇਲੈਂਸ ਔਨ ਡਾਕਟਰਸ ਖਤਮ ਹੋਣਾ ਚਾਹੀਦਾ। ਸਰਕਾਰ ਦੇ ਸਾਹਮਣੇ ਕੋਈ ਤੁਹਾਡੇ ਵੱਲੋਂ ਕੋਈ ਪੱਤਰ ਜਾਂ ਇਸ ਤਰ੍ਹਾਂ ਦਾ ਜੋ ਤੁਸੀਂ ਆਪਣੀ ਅਪੀਲ ਕਰ ਰਹੇ ਹੋ ਉਹ ਕਿਵੇਂ ਪਹੁੰਚਾਈ ਗਈ ਹੈ? ਅਸੀਂ ਪ੍ਰਧਾਨ ਮੰਤਰੀ ਜੀ ਨੂੰ, ਨਰਿੰਦਰ ਮੋਦੀ ਜੀ ਨੂੰ, ਅਸੀਂ ਇੱਕ IMA ਹੈੱਡਕੁਆਟਰ ਤੋਂ ਲੈਟਰ ਆਏ ਸੀ ਕਿ ਅਸੀਂ ਉਹ ਸਾਰੀਆਂ ਮੰਗਾਂ ਉਹਨਾਂ ਨੂੰ ਲਿਖ ਕੇ PMO ਆਫਿਸ ਅਸੀਂ ਪੋਸਟ ਕੀਤੀਆਂ। ਆਈ ਥਿੰਕ ਸਾਰੇ ਜਿੰਨੇ ਵੀ ਐਸੋਸੀਏਸ਼ਨਸ ਹੈਗੀਆਂ ਸਾਰੀਆਂ ਭੇਜ ਰਹੀਆਂ ਹੈ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਕਿ ਵੀ ਇਸ 'ਤੇ ਕੁਛ ਉਹਨਾਂ ਦੀ ਇੰਟਰਵੈਂਸ਼ਨ ਹੋਏ, ਪ੍ਰਧਾਨ ਮੰਤਰੀ ਜੀ ਦੀ ਇੰਟਰਵੈਂਸ਼ਨ ਹੋ ਕੇ, ਤਾਂ ਕਿ ਕੁਛ ਕਾਨੂੰਨ ਲਿਆਇਆ ਜਾ ਸਕੇ ਇਸ ਮਾਮਲੇ 'ਚ। ਸੋ ਇਸ ਤਰ੍ਹਾਂ ਆਖਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਿਹੜੀ ਅਪੀਲ ਇਹ ਕੀਤੀ ਜਾ ਰਹੀ ਹੈ ਕਿ ਉਹਨਾਂ ਦੁਆਰਾ ਸੈਂਟਰਲ ਲਾਅ ਲਿਆਂਦਾ ਜਾਵੇ। ਡਾਕਟਰਾਂ ਦੇ ਖਿਲਾਫ ਜੋ ਅਪਰਾਧ ਹੁੰਦੇ ਨੇ ਜਾਂ ਦੁਰਵਿਵਹਾਰ ਕੀਤੇ ਜਾਂਦੇ ਨੇ ਉਸ ਦੇ ਸਬੰਧ ਵਿੱਚ ਕ੍ਰਿਮੀਨਲ ਜਿਹੜਾ ਇੱਕ ਐਕਟ ਦੀ ਉਸ ਦੀ ਧਾਰਾ ਦੀ ਜਿਹੜੀ ਮੰਗ ਕੀਤੀ ਜਾ ਰਹੀ ਕਿ ਉਸ ਲਾਅ ਦੇ ਵਿੱਚ ਇਹ ਧਾਰਾ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸਜ਼ਾ ਅਜਿਹੀ ਦਿੱਤੀ ਜਾਵੇ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ IMA ਚੰਡੀਗੜ੍ਹ ਦੁਆਰਾ ਰੋਸ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਸੈਂਟਰਲ ਲਾਅ ਹੈ ਉਹ ਲਿਆਂਦਾ ਜਾਵੇ। ਡਾਕਟਰਾਂ ਦੇ ਜਿਹੜੇ ਇਹ ਮਾਮਲੇ ਨੇ ਜਿਸ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਦੁਆਰਾ ਜਾਂ ਹੋਰਨਾਂ ਜਿਹੜੇ ਲੋਕ ਨੇ ਉਹਨਾਂ ਦੁਆਰਾ ਦੁਰਵਿਵਹਾਰ ਕੀਤਾ ਜਾਂਦਾ ਹੈ, ਉਸ ਦੇ ਸੰਬੰਧ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਮੰਗ ਕਰ ਰਹੇ ਨੇ ਕਿ ਇੱਕ ਸੈਂਟਰਲ ਲਾਅ ਲਿਆਂਦਾ ਜਾਵੇ, ਪੂਰੀ ਕੇਂਦਰ ਸਰਕਾਰ ਦੁਆਰਾ ਲਿਆਂਦਾ ਜਾਵੇ, ਜੋ ਕਿ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇ। एक IAS IPS इंडिया में 21 साल की उम्र में बन जाता है, 22 साल की उम्र में बन जाता है। मंत्री तो कैसे बनते हैं आपको सब पता ही है, इसमें हमने खोया नहीं है। लेकिन एक जो डॉक्टर है ये अपने 30 साल सेक्रीफाइस ना सिर्फ डॉक्टर के नहीं, इसके माँ बाप, डॉक्टर जो पढ़ाई कर रहा होता है MBBS की या कोई भी, चाहे होम्योपैथिक हो चाहे आयुर्वेदिक हो, कोई भी डॉक्टर हो, जो उनके पहले 5-6 साल तो 7 साल तो सेक्रीफाइस में निकलते हैं। माँ बाप के भी 2 साल पहले तैयारी करो जो एडमिशन की, फिर उसके बाद आप अपना MBBS करो, फिर आप सेवा करो सरकारी अस्पतालों में, दूसरे अस्पतालों में, फिर आप अपनी स्पेशलिस्ट डिग्री करो, तब तक आप 31 साल के हो जाते हो, 30-31 साल के। IAS IPS या मंत्री, हमारे मंत्री तो चलो छोड़ो, बट हम जो देश अपने पढ़े लिखे की इज्जत नहीं करता, फिर वो देश ऐसे डूबता है जाके। जो देश अपने पढ़े लिखों को उठ के मार रहा है, कल वो यही पुलिस वालों को मारेगा, कल वही IAS IPS को मारेगा, कल वही मंत्रियों को उठ के मारेंगे लोग। इमेजिन, जो डॉक्टर आपको बचाने की कोशिश कर रहा है, पेशेंट को बिजली के झटके दे रहा है और पेशेंट मर जाता है, उसी को पकड़ के पीट दो। ये राक्षस हैं लोग। क्या हो गया है? एक तो हमारी सरकार को, पूरे कंट्री को, पूरे देश को, मीडिया चैनल्स को, लोगों को सिखाना है कि कैसे ज़िंदगी जीनी है। सबकी केयर करो, बुज़ुर्गों की इज़्ज़त करो, लड़कियों की इज़्ज़त दो, डॉक्टरों को इज़्ज़त दो, सबको इज़्ज़त दो। डॉक्टर, हम ये नहीं कहते कि डॉक्टर को भगवान है, हम तो इंसान हैं।
हम तो कोशिश करते हैं पेशेंट को बचाने की। आप कैसे सोच सकते हो कि सारे पेशेंट हमारे से बच जाएंगे? ਕਰੋਨਾ ਜਿਹੜੀ ਮਹਾਮਾਰੀ ਦੇ ਦੌਰਾਨ ਇਹ ਵੀ ਦੇਖਿਆ ਕਿ ਡਾਕਟਰਾਂ ਦੁਆਰਾ ਮੰਗ ਰੱਖੀ ਜਾ ਰਹੀ ਸੀ ਕਿ ਪੀਪੀ ਕਿਟਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸਾਰੇ ਇਸ ਰਵੱਈਏ ਦੇ ਦੌਰਾਨ ਜਿਹੜੀ ਸਰਕਾਰ ਦਾ ਰਵੱਈਆ ਡਾਕਟਰਾਂ ਦੇ ਪ੍ਰਤੀ ਜਾਂ ਸਿਹਤ ਸਹੂਲਤਾਂ ਦੇ ਪ੍ਰਤੀ ਉਸ ਨੂੰ ਕਿਵੇਂ ਦੇਖਦੇ ਹੋ? देखो, कई चीज़ें नई थी जब ये महामारी आई। सरकार को भी नहीं पता था कैसे करना है, डॉक्टरों को आइडिया तो था बट डॉक्टरों को भी नहीं पता था उस टाइम कितनी खतरनाक होगी। फिर डॉक्टरों ने फिर भी बिना मास्क के, बिना N95, ये देखो आज तो N95 मास्क है मेरे पास, लेकिन N95 के साथ भी वायरस वो 5% अंदर घुस जाता है, ये नहीं कि नहीं घुसता। डॉक्टर, सिर्फ डॉक्टर नहीं, सारे फ्रंट लाइन वर्कर्स हमारे, पुलिस वाले हों या सफाई कर्मचारी हों, चाहे सिस्टर्स हों, चाहे नर्सेज हों, सब ने सेवा की लोगों की आके। इतने लोग हमारे मारे गए, आप फिर भी डॉक्टरों को मार रहे हो। कैसा देश हमारा बन रहा है? ये भगत सिंह ने ऐसे देश के लिए आज़ादी दी थी हमें, या सुभाष चंद्र बोस ने या महात्मा गांधी ने ऐसे दिन के लिए आज़ादी दी थी? और हमारे लीडर क्यों सोए हुए हैं? साढ़े लीडर क्यों सुते हुए हैं? ਮੈਨੂੰ ਇਹ ਨਹੀਂ ਸਮਝ ਆ ਰਿਹਾ। ਤੁਸੀਂ ਸਾਰੇ ਮਿਲ ਕੇ ਸਾਰੀ ਕੰਟਰੀ ਨੂੰ ਅਸੀਂ ਐਜੂਕੇਟ ਕਰਨਾ ਕਿ ਇਦਾਂ ਨਹੀਂ ਕਰਨਾ ਚਾਹੀਦਾ। ਸਭ ਦੀ ਇੱਜ਼ਤ ਕਰੋ, ਕੁੜੀ ਦੀ ਇੱਜ਼ਤ ਕਰੋ, ਪੜ੍ਹੇ ਲਿਖਿਆਂ ਦੀ ਇੱਜ਼ਤ ਕਰੋ, ਜਿਹੜਾ ਸਫਾਈ ਕਰਮਚਾਰੀ ਹੈ ਇੱਥੇ ਸਾਡਾ ਉਹਦੀ ਇੱਜ਼ਤ ਕਰੋ, ਔਰ ਜਿਹੜਾ ਪੜ੍ਹਾ ਲਿਖਿਆ ਜਿਹੜਾ 31 ਸਾਡੀ ਕੁੜੀਆਂ ਡਾਕਟਰ ਜਿਹੜੀਆਂ ਹੁੰਦੀਆਂ ਲੇਡੀਜ਼, ਕਈ ਤਾਂ 33 ਸਾਲ ਦੀ ਉਮਰ 'ਚ ਸ਼ਾਦੀ ਕਰਦੀਆਂ, 35 38 ਸਾਲ 'ਚ ਪਹਿਲਾ ਬੱਚਾ ਹੁੰਦਾ ਇਹਦਾ ਜਾ ਕੇ। ਫਿਰ ਤੁਸੀਂ ਜੇ ਕੋਈ ਡਿਲੀਵਰੀ 'ਚ ਮਰ ਜਾਂਦਾ ਤੁਸੀਂ ਉਹਨੂੰ ਅੰਦਰ ਕਰ ਦਿੰਦੇ ਹੋ ਡਾਕਟਰ ਨੂੰ। ਔਰ ਕਿੱਦਾਂ ਦਾ ਜੱਜ ਹੈਗਾ, ਕਿੱਦਾਂ ਦੇ ਜੱਜ ਹੈਗੇ, ਉਹ ਕਹਿੰਦੇ ਵੀ 25 ਲੱਖ ਦੇ ਹੁਣ। वाई ओनली वी अंडर कंज्यूमर्स प्रोटेक्शन एक्ट। रात को पेशेंट आता है 2 बजे, हम बचाने जाते हैं, पेशेंट मर जाए तो हमें 50 लाख देने पड़ जाते हैं। क्या बकवास देश तुमने बना रखा है? जो जज गलत जजमेंट देता है जूनियर कोर्ट में, फिर वो सीनियर कोर्ट में दूसरा जज उसको जिता देता है, उसी पर्सन को। उस जज के खिलाफ क्यों नहीं कंज्यूमर प्रोटेक्शन एक्ट 1 करोड़ का लगता, फाइन क्यों नहीं लगता उसको? सिर्फ डॉक्टर क्यों 50 लाख 1 करोड़ दे, जो सारी साल उम्र की कमाई है? कोई पेशेंट मर जाए, ये हमारे देश को अब उठना है, हमारी जनता को उठना है और हमारे मीडिया को उठना है। हमारे मीडिया को प्योर रहना चाहिए, जैसे डॉक्टर्स प्योर होते हैं। डॉक्टर जब इलाज करता है पेशेंट का, ऐसे करता है जैसे उसका माँ बाप हो, जैसे उसका बच्चा हो छोटा सा। डॉक्टर अपने बेबी समझ के पेशेंट का इलाज करता है और तुम उसी को मारते हो। क्या देश बन रहा है हमारा? ਗੁੱਸਾ ਦੇਖ ਸਕਦੇ ਹੋ ਕਿ ਡਾਕਟਰਾਂ ਦੇ ਵਿੱਚ ਵੀ ਗੁੱਸਾ ਹੈ, ਕਿਉਂਕਿ ਉਹਨਾਂ ਦੁਆਰਾ ਆਖਿਆ ਜਾ ਰਿਹਾ ਕਿ ਜਿਹੜੇ ਡਾਕਟਰਸ ਲੋਕਾਂ ਦੀ ਜਾਨ ਬਚਾਉਂਦੇ ਨੇ, ਉਹਨਾਂ ਦੀ ਜਾਨ ਬਚਾਉਣ ਦੇ ਲਈ ਪੂਰੀ ਮਿਹਨਤ ਕਰਦੇ ਨੇ, ਆਪਣੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾਉਂਦੇ ਨੇ, ਉਹਨਾਂ ਦੇ ਲਈ ਭਾਰਤ ਸਰਕਾਰ ਕੋਲੋਂ ਸੈਂਟਰਲ ਲਾਅ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ IPC ਦੀ ਧਾਰਾ ਰੱਖੀ ਜਾਵੇ, ਜਿਸ ਦੇ ਵਿੱਚ ਜੋ ਵੀ ਅਜਿਹੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਦੇ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਮੰਗ ਜਿਹੜੀ ਡਾਕਟਰਾਂ ਦੁਆਰਾ ਕੀਤੀ ਜਾ ਰਹੀ ਹੈ। ਤੇ ਇਸ ਦੇ ਲਈ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦੇ ਸਬੰਧ ਵਿੱਚ ਪੱਤਰ ਵੀ ਲਿਖਿਆ ਗਿਆ, ਜਿਸ ਦੇ ਵਿੱਚ ਉਹਨਾਂ ਦੁਆਰਾ ਆਪਣੀ ਮੰਗ ਉਹਨਾਂ ਦੇ ਸਾਹਮਣੇ ਰੱਖੀ ਗਈ ਹੈ। ਕੈਮਰਾਮੈਨ ਸੁਨੀਲ ਦੇ ਨਾਲ ਰਾਜਦੀਪ ਕੌਰ, ਚੰਡੀਗੜ੍ਹ।